चलो हेलो एवरीवन, आई वेलकम यू टू पंजाब स्टडी IQ एजुकेशन प्लेटफॉर्म ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸ਼ੁਰੂ ਕਰਦੇ ਹਾਂ ਆਪਾਂ ਇੰਡੀਅਨ ਪੋਲਿਟੀ ਦੀ ਕਲਾਸ ਨੰਬਰ 11 ਐਂਡ ਵੀ ਵਿਲ ਬੀ ਕੰਟੀਨਿਊਇੰਗ ਵਿਦ ਦ ਇੰਡੀਅਨ ਪਾਰਲੀਮੈਂਟ। ਠੀਕ ਹੈ ਜੀ, ਅੱਜ ਆਪਾਂ ਇੱਕ ਮੇਨਸ ਦਾ ਕੁਐਸਚਨ ਵੀ ਕਰਕੇ ਚੱਲਾਂਗੇ ਐਂਡ 9 ਵਜੇ ਇੱਕ ਵੀਡੀਓ ਹੋਊਗੀ, ਮੈਨੂੰ ਲੱਗਦਾ 22-23 ਮਿੰਟ ਦੀ ਵੀਡੀਓ ਹੈ। ਸੋ ਪਰਸਪੈਕਟਿਵ ਉਸ ਵੀਡੀਓ ਦਾ ਲਿੰਕ ਤੁਹਾਨੂੰ ਇੱਥੇ ਮਿਲ ਜੂਗਾ ਆਹ ਟੈਲੀਗ੍ਰਾਮ ਚੈਨਲ ਦੇ ਉੱਪਰ। ਠੀਕ ਹੈ, that is GS_Gill PCS ਆ ਆਪਣਾ ਟੈਲੀਗ੍ਰਾਮ ਹੈ ਤੇ ਆਹ ਆਪਣਾ ਇੰਸਟਾਗ੍ਰਾਮ ਹੈ, that is GS_Gill 07। ਨਾਓ ਜਲਦੀ ਤੋਂ 2 ਮਿੰਟ ਲਾ ਕੇ ਕਨਸੈਪਟ ਸਮਝ ਲਓ। ਐਸੇ ਦਾ ਕੀ ਲਿਖਣਾ ਹੈ ਬੇਟਾ, ਅੱਜ ਤੁਸੀਂ ਸਿਰਫ ਬ੍ਰੇਨਸਟੋਰਮਿੰਗ ਕਰਨੀ ਹੈ, ਕੱਲ ਉਹਨੂੰ ਸ਼ਬਦਾਂ ਦੇ ਵਿੱਚ ਪਿਰੋਣਾ ਕਿਵੇਂ ਮੈਂ ਤੁਹਾਨੂੰ ਦੱਸੂਗਾ। ਨਾਓ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦੇਖਣ ਨੂੰ ਮਿਲੂਗੀ ਕਿ ਕਿਸ ਤਰ੍ਹਾਂ ਜਿਹੜਾ ਚਾਈਨਾ ਹੈ ਉਹਨੇ ਜਰਮਨ ਨੂੰ ਯੂਜ਼ ਕੀਤਾ। ਚਾਈਨਾ ਨੇ ਜਰਮਨੀ ਨੂੰ ਯੂਜ਼ ਕੀਤਾ ਕਦੋਂ? ਸਾਲ 2001 ਤੋਂ ਬਾਅਦ। ਹੁਣ ਇਹਦਾ ਰਿਲੇਸ਼ਨ ਇੰਡੀਆ ਨਾਲ ਕਿੱਥੇ ਬੈਠਦਾ ਹੈ? ਜੋ ਡੈਮੋਗ੍ਰਾਫਿਕ ਕੰਪੋਜੀਸ਼ਨ ਚਾਈਨਾ ਦੀ ਸਾਲ 2001 ਤੋਂ ਲੈ ਕੇ 2010 ਦੀ ਸੀਗੀ, ਉਹੀ ਕੰਪੋਜੀਸ਼ਨ ਅੱਜ ਦੇ ਟਾਈਮ ਦੇ ਉੱਪਰ ਇੰਡੀਆ ਦੀ ਹੈ, ਏਜ ਦੀ ਕੰਪੋਜੀਸ਼ਨ। ਨਾਓ ਰਾਦਰ ਦੈਨ ਇਨਵੈਸਟਿੰਗ ਇਨਟੂ R&D ਕਿ ਆਪਾਂ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਇਨਵੈਸਟ ਕਰੀਏ, ਆਪਾਂ ਨੂੰ ਜਲਦੀ ਤੋਂ ਜਲਦੀ ਜੋ ਮਾਡਲ ਚਾਈਨਾ ਨੇ ਫੋਲੋ ਕੀਤਾ, ਉਹ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਉਹਨੇ ਫੋਲੋ ਕੀਤਾ ਹੈ, ਕਿ ਆਪਾਂ ਉਸ ਮਾਡਲ ਨੂੰ ਫੋਲੋ ਕਰਕੇ ਆਪਦੇ ਮੇਕ ਇਨ ਇੰਡੀਆ ਨੂੰ ਸਕਸੈਸਫੁਲ ਬਣਾ ਸਕਦੇ ਹਾਂ ਨਹੀਂ। ਕਲੀਅਰ ਵਿਦ ਆਈਡੀਆ? ਤਾਂ ਆਪਾਂ ਇਹਦੇ ਉੱਪਰ ਇੱਕ ਐਸੇ ਲਿਖਾਂਗੇ। ਚਲੋ ਸ਼ੁਰੂ ਕਰੀਏ ਜੀ ਜਲਦੀ ਤੋਂ ਜਲਦੀ। ਚਲੋ ਲੈਟ ਸਟਾਰਟ। ਸਭ ਤੋਂ ਪਹਿਲਾਂ ਵੀ ਹੈਵ ਟੂ ਸਟਾਰਟ ਵਿਦ ਦ ਬਿਲਸ, ਹੈ ਨਾ। ਤਾਂ ਹੈਡਿੰਗ ਪਾਓ ਬਿਲਸ ਤੇ ਸਭ ਤੋਂ ਪਹਿਲਾਂ ਬੱਚੇ ਇੱਕ ਲਾਈਨ ਲਿਖੋ। ਸਭ ਤੋਂ ਪਹਿਲਾਂ ਇੱਕ ਲਾਈਨ ਲਿਖੋ ਜੀ, ਵਿਚ ਮੈਜੋਰਿਟੀ ਇਜ਼ ਰਿਕੁਆਇਰਡ। ਇੱਕ ਲਾਈਨ ਲਿਖੋ ਐਂਡ ਇਹ ਤੁਹਾਡਾ ਮੂਲ ਮੰਤਰ ਹੈ ਸਾਰੇ ਦੇ ਸਾਰੇ ਬਿਲਸ ਨੂੰ ਸਮਝਣ ਦਾ। ਠੀਕ ਹੈ, ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਲਿਖੋ ਵਿਚ ਮੈਜੋਰਿਟੀ ਇਜ਼ ਰਿਕੁਆਇਰਡ, ਵਿਚ ਮੈਜੋਰਿਟੀ ਇਜ਼ ਰਿਕੁਆਇਰਡ, comma for which bill, comma which majority is required, comma for which bill, comma will never be the criteria to name that bill, will never be the criteria to name that bill। ਕੀ ਕਹਿਣਾ ਚਾਹ ਰਹੇ ਆਪਾਂ? ਇੱਕ ਬਿੱਲ ਨੂੰ ਪਾਸ ਕਰਨ ਦੇ ਵਾਸਤੇ ਆਪਾਂ ਨੂੰ ਕਿੰਨੀ ਬਹੁਮਤ ਹਾਊਸ ਦੇ ਵਿੱਚ ਚਾਹੀਦੀ ਹੈ, ਉਹ ਕਦੇ ਵੀ ਕ੍ਰਾਈਟੀਰੀਆ ਨਹੀਂ ਬਣੂਗੀ ਉਸ ਬਿੱਲ ਦਾ ਨਾਮ ਰੱਖਣ ਵਾਸਤੇ। ਕਲੀਅਰ ਵਿਦ ਆਈਡੀਆ? ਵੀ ਆਪਾਂ ਆਈ ਨਹੀਂ ਕਹਿ ਸਕਦੇ ਵੀ ਇਸ ਬਿੱਲ ਵਾਸਤੇ ਤਾਂ ਸਿੰਪਲ ਮੈਜੋਰਿਟੀ ਚਾਹੀਦੀ ਹੈ ਤਾਂ ਜੀ ਉਹ ਆਰਡੀਨਰੀ ਬਿੱਲ ਹੋ ਗਿਆ, ਜਾਂ ਇਸ ਵਾਸਤੇ ਤਾਂ ਸਪੈਸ਼ਲ ਮੈਜੋਰਿਟੀ ਚਾਹੀਦੀ ਹੈ ਇਹ ਤਾਂ ਕਰਕੇ ਆਪਣਾ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੋ ਗਿਆ। ਹੁਣ ਜਦੋਂ ਆਪਾਂ ਮਨੀ ਬਿੱਲ ਦੀ ਗੱਲ ਵੀ ਕਰਾਂਗੇ, ਮਨੀ ਬਿੱਲ ਵੀ ਸਿੰਪਲ ਮੈਜੋਰਿਟੀ ਨਾਲ ਹੀ ਪਾਸ ਹੁੰਦਾ, ਉਹਦੇ ਵਾਸਤੇ ਕੋਈ ਵੱਖਰੀ ਸਪੈਸ਼ਲ ਮੈਜੋਰਿਟੀ ਨਹੀਂ ਚਾਹੀਦੀਗੀ, ਬਟ ਮਨੀ ਬਿੱਲ ਇਜ਼ ਨਾਟ ਐਨ ਆਰਡੀਨਰੀ ਬਿੱਲ। ਕਲੀਅਰ ਵਿਦ ਆਈਡੀਆ? what majority is required for what bill will never be a criteria to name that bill। ਫਿਰ ਅਗਲਾ ਸਵਾਲ ਆਪਣੇ ਕੋਲੇ ਆਉਂਦਾ ਬਈ ਕਿਹੜੇ ਬੇਸਿਸ ਦੇ ਉੱਪਰ ਆਪਾਂ ਕਿਸੇ ਵੀ ਬਿੱਲ ਦਾ ਨਾਮ ਰੱਖਾਂਗੇ, ਰਾਈਟ। ਨਾਓ ਅਗੇਨ ਵੀ ਵਿਲ ਯੂਜ਼ ਦਾ ਫਾਰਮੂਲਾ ਨੀਤੀ। ਕਿਹੜਾ ਫਾਰਮੂਲਾ ਆਊਗਾ? ਉਹੀ ਨੀਤੀ ਵਾਲਾ। ਠੀਕ ਹੈ, ਲਿਖੋ। ਤਾਂ ਕੁਐਸਚਨ ਲਿਖੋ, what is an ordinary bill? ਕੁਐਸਚਨ ਮਾਰਕ। ਆਰਡੀਨਰੀ ਬਿੱਲ ਕੀ ਹੁੰਦਾ? what is an ordinary bill? ਤਾਂ ਸਿੰਪਲ ਲਿਖੋ, a bill which is not a money bill and not a constitutional amendment bill is an ordinary bill। ordinary bill ਕੀ ਚੀਜ਼ ਹੈ ਬੱਚੇ? a bill which is not a money bill and not a constitutional amendment bill। ਹੁਣ ਆਪਾਂ ਇਹ ਕਿਉਂ ਕਿਹਾ? ਦੇਖੋ ordinary bill ਆਪਣੇ ਕੋਲੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬੱਚੇ ਕੀ ਹੋਊਗਾ ਇਹ ਕਿਤੇ ਵੀ ਡਿਫਾਈਨ ਨਹੀਂ ਕੀਤਾ ਹੋਇਆ। ਬਸ ਇੰਨੀ ਕੁ ਗੱਲ ਕਹੀ ਗਈ ਹੈ ਕਿ 108 ਆਰਟੀਕਲ ਦੇ ਅੰਦਰ ਜੇ ਡੈਡਲੌਕ ਆਨ ਦੇ ਉੱਪਰ ਜੁਆਇੰਟ ਸਿਟਿੰਗ ਹੁੰਦੀ ਹੈ ਤਾਂ ਜੁਆਇੰਟ ਸਿਟਿੰਗ ਸਿਰਫ ਆਰਡੀਨਰੀ ਬਿੱਲ ਤੇ ਹੋਊਗੀ। ਪਰ ਇਹ ਆਰਡੀਨਰੀ ਬਿੱਲ ਹੈ ਕੀ ਬੱਚੇ? ਇਹ ਕਿਤੇ ਦੱਸਿਆ ਨਹੀਂ ਗਿਆਗਾ। ਹੁਣ ਆਪਣੇ ਕਨਸਟੀਟਿਊਸ਼ਨ ਦੇ ਵਿੱਚ 2 ਤਰੀਕੇ ਦੇ ਹੋਰ ਬਿੱਲ ਹੁੰਦੇ ਨੇ ਬੱਚੇ, ਇੱਕ ਹੁੰਦਾ ਮਨੀ ਬਿੱਲ ਤੇ ਦੂਜਾ ਹੁੰਦਾ ਹੈ ਬੱਚੇ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਹੁਣ ਮਨੀ ਬਿੱਲ ਕੀ ਹੋਊਗਾ? ਇਹ ਪ੍ਰੋਪਰ ਤਰੀਕੇ ਨਾਲ ਡਿਫਾਈਨਡ ਹੈ, ਆਪਾਂ ਦੇਖਾਂਗੇ ਕਿਹੜੇ ਆਰਟੀਕਲ 'ਚ ਡਿਫਾਈਨ ਹੈ, ਕੀ ਉਹਦੀ ਡੈਫੀਨੇਸ਼ਨ ਹੈ। ਤੇ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਕੀ ਹੋਊਗਾ? ਉਹ ਵੀ ਅਲੱਗ-ਅਲੱਗ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਜਿਵੇਂ ਆਰਟੀਕਲ 3 ਦੇ ਤਹਿਤ ਸੰਵਿਧਾਨ ਨੂੰ ਅਮੈਂਡ ਕੀਤਾ ਜਾ ਸਕਦਾ, ਉਹਦਾ ਕੀ ਪ੍ਰੋਸੀਜਰ ਹੈ ਉਹ ਆਰਟੀਕਲ 3 ਦੇ ਵਿੱਚ ਹੀ ਲਿਖਿਆ ਹੋਇਆ। ਕਨਸਟੀਟਿਊਸ਼ਨਲ ਅਮੈਂਡਮੈਂਟ ਜਿਹੜਾ ਸਪੈਸ਼ਲ ਮੈਜੋਰਿਟੀ ਨਾਲ ਹੋਣਾ ਉਹਦਾ ਜ਼ਿਕਰ ਬੱਚੇ 368 ਦੇ ਵਿੱਚ ਕੀਤਾ ਗਿਆ। ਤਾਂ ਆਪਾਂ ਆਪਣੇ ਵਾਸਤੇ ਆਪਦੀ ਸਮਝ ਵਾਸਤੇ ਤੇ ਇੰਟਰਵਿਊਅਰ ਨੂੰ ਦੱਸਣ ਵਾਸਤੇ ਜਾਂ ਜੇ ਕੁਐਸਚਨ ਵੀ ਆਉਂਦਾ ਯਾਦ ਰੱਖਿਓ
ਇਹਨਾਂ ਦੋਹਾਂ ਨੂੰ ਛੱਡ ਕੇ ਇੰਡੀਅਨ ਕਨਸਟੀਟਿਊਸ਼ਨ ਦਾ ਜਿਹੜਾ ਵੀ ਬਿੱਲ ਹੈ that is an ordinary bill for our purpose. Clear with the idea? ਚਲੋ now ਅਗਲੀ ਚੀਜ਼ ਕਰਦੇ ਹਾਂ ਬੱਚੇ, ਕ੍ਰਾਈਟੀਰੀਆ ਫॉर ਆਰਡੀਨਰੀ ਬਿੱਲ। ਸਭ ਤੋਂ ਪਹਿਲਾਂ ਆਰਡੀਨਰੀ ਬਿੱਲ ਦੇ ਹੁਣ ਫੀਚਰ ਕੀ ਹੋਣਗੇ, ਯਾਦ ਰੱਖਿਓ ਦੋਵਾਂ ਹਾਊਸਸ ਕੋਲੇ ਬੱਚੇ ਇਕੁਅਲ ਪਾਵਰ ਹੋਊਗੀ। ਦੋਵਾਂ ਹਾਊਸਸ ਕੋਲੇ ਇਕੁਅਲ ਪਾਵਰ ਦਾ ਮਤਲਬ ਕੀ ਹੈ, ਕਿਉਂਕਿ ਆਪਾਂ ਕਈ ਹੁਣ ਬਿੱਲ ਇਦਾਂ ਦੇ ਕਰਾਂਗੇ, ਜਿਵੇਂ ਮੰਨ ਲਓ ਮਨੀ ਬਿੱਲ ਹੈ, ਤਾਂ ਮਨੀ ਬਿੱਲ ਦਾ ਲੌਜਿਕ ਇੱਕ ਕੀ ਦਿੱਤਾ ਜਾਂਦਾ ਹੈ ਕਿ ਮਨੀ ਬਿੱਲ ਕੱਲਾ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਹੋ ਸਕਦਾ ਹੈ, ਵੀ ਜਿਹੜੀ ਮਨੀ ਬਿੱਲ ਦੇ ਮੈਟਰਸ ਦੇ ਉੱਪਰ ਚਰਚਾ ਹੋਊਗੀ ਉਹ ਸਿਰਫ ਔਰ ਸਿਰਫ ਲੋਕ ਸਭਾ 'ਚ ਹੀ ਹੋ ਸਕਦੀ ਹੈ। ਤੁਸੀਂ ਕਹੋਗੇ ਸਰ ਐਂ ਕਾਹਤੋਂ ਕੀਤਾ ਜੀ, ਆਰਐਸ ਨੂੰ ਕਿਉਂ? ਉਹਦਾ ਲੌਜਿਕ ਹੈ ਬੱਚੇ, ਦੇਖੋ ਪੈਸਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਪਦੀ ਜ਼ਿੰਦਗੀ ਦੇ ਵਿੱਚ। ਯਾਦ ਰੱਖਿਓ ਇੱਕ ਚੀਜ਼ ਜਿਹੜੀ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਜਾਂ ਤੁਹਾਡੇ ਪਰਸਨਲ ਰਿਲੇਸ਼ਨਸ ਦੇ ਵਿੱਚ ਹਨਾ, ਜਿਹੜੀ ਚੀਜ਼ ਮੈਟਰ ਕਰਦੀ ਹੈ that is ਇੰਟਰਸਟ। ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਨਹੀਂ ਰਹਿੰਦਾ ਨਾ, ਤਾਂ ਮਤਲਬ ਉਹਦਾ ਇੰਟਰਸਟ ਚਲਾ ਗਿਆ ਤੁਹਾਡੇ ਤੋਂ। ਤਾਂ ਇਨ ਦਾ ਐਂਡ ਤੁਹਾਨੂੰ ਇਹ ਚੀਜ਼ ਰਿਅਲਾਈਜ਼ ਹੋਊਗੀ, one thing which matters in the world is interest। ਉਹ ਕੋਈ ਵੀ ਇੰਟਰਸਟ ਹੋ ਸਕਦਾ, ਜਦੋਂ ਤੱਕ ਉਸ ਵਿਅਕਤੀ ਨੂੰ ਤੁਹਾਡੇ ਵਿੱਚ ਕੋਈ ਵੀ ਇੰਟਰਸਟ ਹੈ, ਕਿਸੇ ਵੀ ਪੱਖ ਦਾ ਇੰਟਰਸਟ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਇੰਟਰਸਟ ਹੈ, ਉਹ ਤੁਹਾਡੀ ਜ਼ਿੰਦਗੀ 'ਚ ਰਹੂਗਾ। ਅਦਰ ਦੈਨ ਦੈਟ ਜੇ ਇੰਟਰਸਟ ਖਤਮ ਹੈ ਤਾਂ ਤੁਹਾਡਾ ਰਿਸ਼ਤਾ ਖਤਮ ਹੈ, ਰਾਈਟ ਨਾ। ਉੱਦਾਂ ਹੀ ਫੋਰ ਐਗਜ਼ਾਮਪਲ ਇਕਨੋਮੀ, ਜਦੋਂ ਆਪਾਂ ਆਪਦੀ ਪਰਸਨਲ ਲਾਈਫ ਨੂੰ ਦੇਖਦੇ ਹਾਂ, ਉਹਨੂੰ ਫਾਈਨੈਂਸ਼ੀਅਲੀ ਸਸਟੇਨ ਕਰਨ ਦੇ ਵਾਸਤੇ ਪੈਸਾ ਬਹੁਤ ਇੰਪੋਰਟੈਂਟ ਮੁੱਦਾ ਹੈ। ਹੁਣ ਇੰਡੀਆ ਇਜ਼ ਅ ਡੈਮੋਕ੍ਰੇਸੀ, ਰਾਜ ਕਿਹਦਾ? ਲੋਕਾਂ ਦਾ। ਤੇ ਲੋਕਾਂ ਦਾ ਜਿਹੜਾ ਰਾਜ ਹੈ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਪੈਸੇ ਦਾ ਕੰਟਰੋਲ ਵੀ ਕਿਹਦੇ ਕੋਲੇ ਹੋਣਾ ਚਾਹੀਦਾ? ਲੋਕਾਂ ਦੇ ਨੁਮਾਇੰਦਿਆਂ ਕੋਲੇ। ਤੇ ਲੋਕਾਂ ਦੇ ਨੁਮਾਇੰਦੇ ਕਿੱਥੇ ਬੈਠੇ ਨੇ? ਲੋਕ ਸਭਾ ਦੇ ਵਿੱਚ। ਦੈਟਸ ਵਾਈ ਮਨੀ ਬਿੱਲ ਦੀ ਮੈਜੋਰਿਟੀ ਪਾਵਰ ਕਿਹਨੂੰ ਦਿੱਤੀ ਜਾਂਦੀ ਹੈ? ਸਿਰਫ ਔਰ ਸਿਰਫ ਲੋਕ ਸਭਾ ਨੂੰ। ਰਾਜ ਸਭਾ ਦਾ ਇਹਦੇ ਉੱਪਰ ਕੋਈ ਵੀ ਰੂਲ ਨਹੀਂ ਹੁੰਦਾ। ਕਲੀਅਰ ਵਿਦ ਆਈਡੀਆ? ਸਟੱਡੀ ਪੁਆਇੰਟ ਸਰ ਤੁਸੀਂ ਕਿਹਾ ਸੀ ਐਡਜਰਨਮੈਂਟ ਮੋਸ਼ਨ ਸਿਰਫ ਐਲਐਸ ਚ ਇੰਟਰੋਡਿਊਸ ਹੋ ਸਕਦਾ, ਬਟ ਲక్ష్ਮੀਕਾਂਤ ਤਾਂ ਲਿਖਿਆ ਕਿ ਐਲਐਸ ਐਂਡ ਆਰਐਸ ਦੋਵਾਂ ਚ ਪੇਸ਼ ਹੋ ਸਕਦਾ। ਪਲੀਜ਼ ਰਿਪਲਾਈ, ਮੈਨੂੰ ਗੂਗਲ ਕਰਨ ਤੇ ਵੀ ਸਹੀ ਆਨਸਰ ਨਹੀਂ ਮਿਲਿਆ। ਬੱਚੇ ਲక్ష్ਮੀਕਾਂਤ ਜੇ ਇਹ ਚੀਜ਼ ਲਿਖੀ ਹੈ ਐਡਜਰਨਮੈਂਟ ਮੋਸ਼ਨ ਲੋਕ ਸਭਾ ਰਾਜ ਸਭਾ ਦੋਵਾਂ ਦੇ ਵਿੱਚ ਹੋ ਸਕਦਾ, ਤਾਂ ਲక్ష్ਮੀਕਾਂਤ ਨੇ ਗਲਤ ਲਿਖਿਆ ਫਿਰ, ਠੀਕ ਹੈ, ਉਹਨੂੰ ਕਰੈਕਟ ਕਰ ਲਿਓ। ਐਡਜਰਨਮੈਂਟ ਮੋਸ਼ਨ ਵਿਲ ਓਨਲੀ ਬੀ ਇੰਟਰੋਡਿਊਸਡ ਇਨ ਲੋਕ ਸਭਾ, ਯਾਦ ਰੱਖਿਓ ਇਸ ਗੱਲ ਨੂੰ, ਠੀਕ ਹੈ। ਚਲੋ ਹੁਣ ਉਸ ਤੋਂ ਬਾਅਦ ਦੂਜੀ ਖਾਸੀਅਤ ਆਰਡੀਨਰੀ ਬਿੱਲ ਦੀ ਹੁੰਦੀ ਹੈ ਬੱਚੇ, ਇਹਨੂੰ ਤੁਸੀਂ ਕਿਸੇ ਵੀ ਹਾਊਸ ਦੇ ਵਿੱਚ ਇੰਟਰੋਡਿਊਸ ਕਰ ਸਕਦੇ ਹੋ। ਤੀਜੀ ਚੀਜ਼, ਹੁਣ ਦੋਹਾਂ ਹਾਊਸਾਂ ਕੋਲੇ ਜੇ ਇਕੁਅਲ ਪਾਵਰ ਹੈ ਜੀ, ਤੇ ਦੋਵਾਂ ਹਾਊਸਾਂ ਦੇ ਵਿੱਚੋਂ ਕਿਸੇ 'ਚ ਵੀ ਇਹ ਇੰਟਰੋਡਿਊਸ ਹੋ ਸਕਦਾ ਹੈ। ਦਿਸ ਮੀਨਸ ਦੈਟ ਕਿ ਮੰਨ ਲਓ ਜੇ ਇੱਕ ਹਾਊਸ ਰਾਜੀ ਹੈ ਇਹਨੂੰ ਪਾਸ ਕਰਨ ਦੇ ਵਿੱਚ ਤੇ ਦੂਜਾ ਨਹੀਂ ਮੰਨਦਾ, ਜਾਂ ਆਹ ਰਾਜੀ ਇਹਨੂੰ ਪਾਸ ਕਰਨ ਦੇ ਵਿੱਚ ਇਹ ਨਹੀਂ ਮੰਨਦਾ, ਤਾਂ ਦੋਹਾਂ ਹਾਊਸਾਂ ਦੀ ਬਰਾਬਰ ਦੀ ਸੁਣੀ ਜਾਣੀ ਹੈ। ਨਾਓ ਜੇ ਦੋਹਾਂ ਹਾਊਸਾਂ ਦੇ ਵਿੱਚ ਕੋਈ ਡਿਸਕੰਟੈਂਟ ਆਉਂਦਾ ਹੈ, ਤਾਂ ਆਰਡੀਨਰੀ ਬਿੱਲ ਹੀ ਸਿਰਫ ਇਦਾਂ ਦਾ ਬਿੱਲ ਹੈ ਜਿਹਦੇ ਵਿੱਚ ਜੁਆਇੰਟ ਸਿਟਿੰਗ ਦਾ ਪ੍ਰਾਵਧਾਨ 108 ਆਰਟੀਕਲ ਦੇ ਤਹਿਤ ਦਿੱਤਾ ਜਾਂਦਾ ਹੈ। ਤਾਂ ਯਾਦ ਰੱਖਿਓ ਮਨੀ ਬਿੱਲ ਦੇ ਵਿੱਚ ਦੋ ਹਾਊਸਾਂ ਦੀ ਆਪਸ 'ਚ ਨਹੀਂ ਬਣਦੀ, ਕੋਈ ਪ੍ਰੋਬਲਮ ਨਹੀਂ। ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ 'ਚ ਨਹੀਂ ਬਣਦੀ, ਕੋਈ ਪ੍ਰੋਬਲਮ ਨਹੀਂ। ਜੇ ਆਰਡੀਨਰੀ ਬਿੱਲ 'ਚ ਨਹੀਂ ਬਣੂਗੀ ਤਾਂ ਉਹਨਾਂ ਦੀ ਦੋਵਾਂ ਦੀ ਜੁਆਇੰਟ ਸਿਟਿੰਗ ਬੁਲਾਈ ਜਾਊਗੀ ਅੰਡਰ ਆਰਟੀਕਲ ਨੰਬਰ 108। ਚਲੋ ਅਗਲਾ, no provision for joint sitting at the level of state। ਹੁਣ ਇਹ ਚੀਜ਼ ਯਾਦ ਰੱਖਿਓ ਬੱਚੇ, ਜਿਵੇਂ ਨੈਸ਼ਨਲ ਲੈਵਲ ਤੇ ਪਾਰਲੀਮੈਂਟ ਹੈ ਨਾ ਆਪਣੇ ਕੋਲੇ, ਉਵੇਂ ਸਟੇਟ ਲੈਵਲ ਦੇ ਉੱਪਰ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ। ਹੁਣ ਸਟੇਟ ਦੇ ਵਿੱਚ ਵੀ ਆਰਡੀਨਰੀ ਬਿਲਸ ਵਗੈਰਾ ਹੁੰਦੇ ਨੇ, ਤਾਂ ਕੀ ਸਟੇਟ ਦੇ ਵਿੱਚ ਮੰਨ ਲਓ ਕਈ 7-8 ਸਟੇਟਾਂ ਇਦਾਂ ਦੀਆਂ ਨੇ ਜਿੱਥੇ ਬਾਈ ਕੈਮਰਲ ਲੈਜਿਸਲੇਚਰ ਹੈ, ਜਿਵੇਂ ਪੰਜਾਬ ਦੇ ਵਿੱਚ ਤਾਂ ਇਕੱਲਾ ਵਿਧਾਨ ਸਭਾ ਹੈ, ਮਹਾਰਾਸ਼ਟਰ ਹੋ ਗਿਆ ਫॉर दैट ਮੈਟਰ, ਅਦਰ ਸਟੇਟਸ ਹੋ ਗਈਆਂ, ਉੱਥੇ ਵਿਧਾਨ ਪਰਿਸ਼ਦ ਵੀ ਹੁੰਦਾ, ਸਟੇਟ ਲੈਜਿਸਲੇਟਿਵ ਕਾਉਂਸਲ ਕਹਿੰਦੇ ਆਪਾਂ ਉਹਨੂੰ, ਆਪਾਂ ਸਟੇਟ ਲੈਜਿਸਲੇਚਰ 'ਚ ਪੜਾਂਗੇ। ਹੁਣ ਜਿੱਥੇ ਸਟੇਟਾਂ ਦੇ ਵਿੱਚ ਵੀ ਦੋ ਹਾਊਸ ਨੇ, ਜੇ ਉੱਥੇ ਕੋਈ ਸਟੇਟ ਲੈਵਲ ਦੇ ਉੱਪਰ ਆਰਡੀਨਰੀ ਬਿੱਲ ਪਾਸ ਕਰਨਾ ਹੈ, ਦੋਹਾਂ ਹਾਊਸਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਹੁੰਦੀ ਪਏਗੀ ਕਿ ਉੱਥੇ ਵੀ ਜੁਆਇੰਟ ਸਿਟਿੰਗ ਹੋਊਗੀ। ਯਾਦ ਰੱਖਿਓ ਨੋ, ਜੁਆਇੰਟ ਸਿਟਿੰਗ ਸਿਰਫ ਔਰ ਸਿਰਫ ਆਰਡੀਨਰੀ ਬਿੱਲ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਹੋਊਗੀ। ਕਲੀਅਰ ਵਿਦ ਆਈਡੀਆ? ਚਲੋ ਅਗਲਾ, ਕਿਉਂ ਬਈ ਆਪਾਂ ਸਟੇਟ ਲੈਵਲ ਦੇ ਉੱਪਰ ਆਰਡੀਨਰੀ ਬਿੱਲ ਦੇ ਵਿੱਚ ਜੁਆਇੰਟ ਸਿਟਿੰਗ ਕਿਉਂ ਨਹੀਂ ਦਿੰਦੇ? ਕਿਉਂਕਿ ਸਟੇਟ ਲੈਵਲ ਦੇ ਵਿੱਚ ਜਿਹੜਾ ਉਹਨਾਂ ਦਾ ਸਟੇਟ ਲੈਜਿਸਲੇਟਿਵ ਕਾਉਂਸਲ ਹੈ ਨਾ, ਜਿਹਨੂੰ ਆਪਾਂ ਵਿਧਾਨ ਪਰਿਸ਼ਦ ਕਹਿੰਦੇ ਆ, ਉਹਦਾ ਕੰਮ ਇੰਨਾ ਕੀ ਹੁੰਦਾ ਕਿ ਬਈ ਉਹ ਐਟ ਮੈਕਸ ਉਸ ਬਿੱਲ ਤੇ ਜੇ ਆਪਦੀ ਸਹਿਮਤੀ ਨਹੀਂ ਜਤਾ ਰਿਹਾ ਤਾਂ 4 ਮਹੀਨਿਆਂ ਤੱਕ ਉਹਨੂੰ ਡਿਲੇ ਕਰ ਸਕਦਾ। 4 ਮਹੀਨੇ ਦੇ ਡਿਲੇ ਤੋਂ ਬਾਅਦ ਉਹ ਚਾਹੇ ਆਪਦਾ ਅਸੈਂਟ ਦੇਣਾ ਚਾਹੁੰਦਾ ਹੈ, ਚਾਹੇ ਅਸੈਂਟ ਨਹੀਂ ਦੇਣਾ ਚਾਹੁੰਦਾ, ਉਹ ਬਿੱਲ ਆਟੋਮੈਟਿਕਲੀ ਪਾਸ ਹੋ ਜਾਂਦਾ। ਤਾਂ ਕਰਕੇ ਫਿਰ ਉੱਥੇ ਜੁਆਇੰਟ ਸਿਟਿੰਗ ਦੀ ਲੋੜ ਹੀ ਨਹੀਂ ਪੈਂਦੀ ਆਪਾਂ। ਕਲੀਅਰ ਵਿਦ ਆਈਡੀਆ? ਚਲੋ ਤਾਂ ਹੁਣ ਬੱਚੇ ਯਾਦ ਰੱਖਿਓ, ਲੈਜਿਸਲੇਚਰ ਦੇ ਵਿੱਚ ਆਪਾਂ ਯੂਨੀਅਨ ਦੀ ਗੱਲ ਕਰੀਏ, ਇੰਡੀਅਨ ਪਾਰਲੀਮੈਂਟ ਆਪਣਾ ਲੈਜਿਸਲੇਚਰ ਹੈ। ਸਟੇਟ ਲੈਵਲ ਦੀ ਗੱਲ ਕਰੀਏ ਤਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਕਈ ਹਾਊਸਾਂ ਦੇ ਵਿੱਚ ਬਾਈ ਕੈਮਰਲ ਵੀ ਹੁੰਦਾ, ਸਟੇਟ ਲੈਜਿਸਲੇਟਿਵ ਕਾਉਂਸਲ, ਠੀਕ ਹੈ।
ਤਾਂ ਜੁਆਇੰਟ ਸਿਟਿੰਗ ਕੱਲੀ ਨੈਸ਼ਨਲ ਲੈਵਲ ਤੇ ਹੁੰਦੀ ਹੈ, देयर इज नो ਜੁਆਇੰਟ ਸਿਟਿੰਗ ਔਨ ਦਾ ਲੈਵਲ ਆਫ ਸਟੇਟ।